ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਲੜੀਬੱਧ ਸ਼੍ਰਵਣ ਕਰ ਰਹੇ ਸੀ। ਇਤਿਹਾਸ ਦੇ ਵਿੱਚ ਪ੍ਰਸੰਗ ਚੱਲ ਰਿਹਾ ਸੀ ਸ੍ਰੀ ਅੰਮ੍ਰਿਤਸਰ ਦੇ ਸਰੋਵਰ ਦਾ। ਪ੍ਰਸੰਗ ਇੱਥੋਂ ਤੱਕ ਪਹੁੰਚਿਆ ਹੈ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਮਾਧੀ ਲਾਈ ਤੇ ਉਹਨਾਂ ਦੀ ਸਮਾਧੀ ਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦੇ ਕੇ ਆਖਿਆ ਕਿ ਇਹ ਜਿਹੜਾ ਪੁਰਖ ਬੋਲ ਰਿਹਾ ਹੈ ਸੱਚ ਬੋਲ ਰਿਹਾ ਹੈ। ਵਾਕਿਆ ਹੀ ਐਸੀ ਉਹ ਜਗ੍ਹਾ ਹੈ ਜਿੱਥੇ ਕਿ ਤੇਰੇ ਪਿਤਾ ਜੀ ਨੇ ਸਰੋਵਰ ਲਾਉਣਾ ਚਾਹਿਆ ਸੀ, ਉਸ ਜਗ੍ਹਾ ਤੇ ਇਸ ਨੇ ਇਸ਼ਨਾਨ ਕੀਤਾ ਹੈ ਤੇ ਕੁਸ਼ਤੀ ਵੀ ਠੀਕ ਹੋ ਗਿਆ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਹੁਣ ਉਸ ਜਗ੍ਹਾ ਦੇ ਉੱਤੇ ਸਰੋਵਰ ਬਣਾਉਣਾ ਹੈ, ਉਸ ਦਾ ਨਾਂ ਸ੍ਰੀ ਅੰਮ੍ਰਿਤਸਰ ਧਰਨਾ ਹੈ ਔਰ 4 ਚੁਫੇਰੇ ਸੁੰਦਰ ਜਿਹੜੀਆਂ ਪੌੜੀਆਂ ਨੇ ਉਹ ਬਣਾਈਆਂ ਜਾਣ। ਇਸ ਤਰੀਕੇ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਸਮਾਧੀ ਦੇ ਵਿੱਚ ਦਰਸ਼ਨ ਹੋਇਆ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ। ਪਰਸੋਂ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸ੍ਰੀ ਅਰਜਨ ਗੋਰੇ ਅੰਤਰ ਜਾਮੀ, ਮਿਸ ਕਰ ਬਿਦਤਾਵਤ ਥਲ ਸੁਆਮੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ। ਉਹ ਸਾਰਾ ਕੁਝ ਇਸ ਦੇ ਬਾਰੇ ਪਹਿਲਾਂ ਹੀ ਜਾਣਦੇ ਸਨ, ਪਰ ਇੱਕ ਬਹਾਨਾ ਬਣਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਨੂੰ ਪ੍ਰਗਟ ਕਰਨਾ ਚਾਹੁੰਦੇ। ਵਹਿਰ ਮੁਖੀ ਬ੍ਰਿਤ ਨਯਨ ਯੋਗਾਰੇ, ਮਨੋ ਕਮਲ ਦਲ ਪੇ ਪੁਨ ਸਾਰੇ। ਕਵੀ ਜੀ ਲਿਖਦੇ ਨੇ ਕਿ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਜਿਹੜੀ ਬਿਰਤੀ ਸੀ ਉਸ ਨੂੰ ਬਾਹਰ ਮੁਖੀ ਕੀਤਾ ਹੈ, ਆਪਣੀਆਂ ਅੱਖਾਂ ਨੂੰ ਖੋਲਿਆ ਹੈ। ਮਨੋ ਕਮਲ ਦਲ ਪੇ ਪੁਨਸਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰ ਇਸ ਤਰ੍ਹਾਂ ਦੇ ਨੇ ਜਿਵੇਂ ਮਾਨੋ ਕਿ ਪੁਨਸਾਰ ਹੋਣ ਦੇ ਨਾਲ ਕਮਲ ਦੇ ਫੁੱਲ ਦੀਆਂ ਪੰਖੜੀਆਂ ਹੋਣ। ਪਰਮ ਪ੍ਰਸਿੱਧ ਬਖਾਨਿਓ ਤਿਆਸੋ, ਸਰਬ ਸੰਦੇਹ ਦੂਰ ਕਰ ਹਿਆਸੋ। ਬੜੇ ਹੀ ਖੁਸ਼ੀ ਦੀ ਹਾਲਤ ਦੇ ਵਿੱਚ ਹੋ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਔਰਤ ਨੂੰ ਕਹਿੰਦੇ ਨੇ ਕਿ ਹੇ ਬੀਬੀ, ਤੂੰ ਸਾਰਾ ਜਿਹੜਾ ਸੰਦੇਹ ਹੈ, ਸ਼ੰਕਾ ਹੈ, ਉਹ ਆਪਣੇ ਮਨ ਦੇ ਵਿੱਚੋਂ ਕੱਢ ਦੇ। ਨਿਸ਼ਚੈ ਇਹੀ ਤੋਰ ਪਰ ਧਾਰਾ, ਤੈਂ ਕੀਨਸ ਹਮ ਪਰ ਉਪਕਾਰਾ। ਗੁਰੂ ਜੀ ਕਹਿੰਦੇ ਨੇ ਕਿ ਹੇ ਬੀਬੀ, ਤੂੰ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰ ਦੇ। ਨਿਸ਼ਚਿਤ ਰੂਪ ਦੇ ਵਿੱਚ ਇਹ ਜੋ ਤੇਰਾ ਪਤੀ ਕਹਿ ਰਿਹਾ ਹੈ ਇਹੀ ਤੇਰਾ ਪਤੀ ਹੈ, ਔਰ ਤੈਂ ਕੀਨਸ ਹਮ ਪਰ ਉਪਕਾਰਾ। ਗੁਰੂ ਜੀ ਕਹਿੰਦੇ ਨੇ ਵਾਕਿਆ ਵਾਸਤਵ ਰੂਪ ਦੇ ਵਿੱਚ ਇਹੀ ਤੇਰਾ ਪਤੀ ਹੈ, ਔਰ ਇਸ ਤੋਂ ਇਲਾਵਾ ਹੇ ਬੀਬੀ, ਤੂੰ ਸਾਡੇ ਉੱਤੇ ਵੀ ਇੱਕ ਬਹੁਤ ਵੱਡਾ ਪਰਉਪਕਾਰ ਕੀਤਾ। चिरंकाल के चाहत ऐसे तीर्थ परखण होवे कैसे। सतगुरु सच्चे पातशाह जी कहते ने कि बहुत चिर दी साडे मन दे विच ये चाह सी
ਕਿ ਅੰਮ੍ਰਿਤਸਰ ਜਿਹੜਾ ਤੀਰਥ ਹੈ ਨਾ ਉਹ ਕਿਸ ਤਰੀਕੇ ਦੇ ਨਾਲ ਪਰਖਿਆ ਜਾਵੇ। ਸ੍ਰੀ ਗੁਰ ਰਾਮਦਾਸ ਬਚ ਕਹਿਓ, ਕਊਆ ਨਾਏ ਹੰਸ ਜਹ ਲਹਿਓ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਸਰੋਵਰ ਦੇ ਵਾਸਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਕਊਆ ਨਾਏ ਹੰਸ ਜਹ ਲਇਓ, ਕਿ ਜਿਸ ਸਰੋਵਰ ਦੇ ਵਿੱਚ ਨਹਾਉਣ ਦੇ ਨਾਲ ਜਿਹੜਾ ਕਾਂ ਹੈ ਨਾ ਉਹ ਵੀ ਹੰਸ ਬਣ ਜਾਏਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਿਉਂਕਿ ਸਰੋਵਰ ਬਣਨ ਦੀ ਜਿਹੜੀ ਗੱਲ ਹੈ ਨਾ ਇਹ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਹੀ ਸ਼ੁਰੂ ਹੋ ਗਈ ਸੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ। ਦੂਸਰੇ ਪਾਸੇ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣਾ ਮਤ ਇਸ ਤਰੀਕੇ ਦੇ ਨਾਲ ਪੇਸ਼ ਕਰਦੇ ਨੇ। ਅਮਰਦਾਸ ਸਤਿਗੁਰੂ ਜੀ ਹੁਕਮ ਕਰ ਗਏ, ਤੀਰਥ ਅੰਮ੍ਰਿਤ ਸਰ ਰਚਾਵਣਾ ਜੀ। ਸਤ ਜੁਗ ਦਾ ਪਿਆ ਹੈ ਗੁਪਤ ਤੀਰਥ, ਪ੍ਰਗਟ ਉਸ ਦੇ ਤਾਈ ਕਰਾਵਣਾ ਜੀ। ਲੱਖਾਂ ਜੀਆਂ ਦਾ ਹੋਏ ਉਧਾਰ, ਇਥੋਂ ਵੱਡਾ ਤੀਰਥ ਰਾਜ ਬਣਾਵਣਾ ਜੀ। ਅਠੇ ਪੈਰ ਹੀ ਨਾਮ ਦਾ ਜਾਪ ਹੋਵੇ, ਲੰਗਰ ਅੰਨ ਦਾ ਨਾਲ ਚਲਾਵਣਾ ਜੀ। ਕਲ ਯੁਗ ਵਿੱਚ ਪਾਪ ਦੀ ਅਗਨ ਬਰਸੇ, ਜੀ ਜੰਤ ਨੂੰ ਜਿਸ ਜਲਾਵਣਾ ਜੀ। ਇਥੇ ਨਾਮ ਦੀ ਬਰਖਾ ਹੋਏ ਹਰਦਮ, ਪਾਪ ਤਪਸ਼ ਨੂੰ ਜਿਸ ਮਿਟਾਵਣਾ ਜੀ। ਅੰਮ੍ਰਿਤ ਸਰ ਦੀ ਸਰਨ 68 ਤੀਰਥ, ਜੋ ਨਹਾਏ ਤਿਸ ਬੰਸ ਤਰਾਵਣਾ ਜੀ। ਇਥੇ ਬਗਲੇ ਨਾਏ ਕੇ ਹੰਸ ਹੋਵਣ, ਇਥੇ ਬਗਲੇ ਨਾਏ ਕੇ ਹੰਸ ਹੋਵਣ। ਪਰਮ ਪਦ ਨੂੰ ਪਾਪੀਆਂ ਪਾਵਣਾ ਜੀ। ਕਲੂ ਕਾਲ ਵਿੱਚ ਹੋਏ ਜਹਾਜ ਭਾਰਾ, ਪਾਰ ਭਵ ਜਲੋਂ ਜਗਤ ਲੰਘਾਵਣਾ ਜੀ। ਇਸ ਤਰੀਕੇ ਦੇ ਨਾਲ ਹੁਕਮ ਕੀਤਾ ਸੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿ ਇੱਥੇ ਮਾਨੋ ਕਿ ਬਗਲੇ ਵੀ ਨਹਾ ਕੇ ਹੰਸ ਬਣ ਗਏ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਐਸਾ ਸਰੋਵਰ ਹੋਵੇਗਾ ਜਿਸ ਦੇ ਵਿੱਚ ਨਹਾਉਣ ਦੇ ਨਾਲ ਜਿਹੜੇ ਕਾਂ ਨੇ ਉਹ ਵੀ ਹੰਸ ਬਣ ਜਾਣ। ਸੋ ਸ੍ਰੀ ਅੰਮ੍ਰਿਤ ਸਰ ਜੀ ਜਾਨੋ, ਇਮ ਪਰਖਣ ਤਿਸ ਥਲ ਕੋ ਮਾਨੋ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅੰਮ੍ਰਿਤਸਰ ਜਿਹੜਾ ਤੀਰਥ ਹੈ ਉਹ ਜ਼ਰੂਰ ਉਹੀ ਹੀ ਹੋਵੇਗਾ। ਇਹ ਬੀਬੀ ਤੁਹਾਡੀ ਇਸ ਵਿਥਿਆ ਤੋਂ ਪ੍ਰਗਟ ਹੋ ਚੁੱਕਾ ਹੈ। ਤੁਮਾ ਬਿਰਤਾਂਤ ਤੇ ਨਿਸ਼ਚੇ ਭਇਓ, ਜਗਤ ਨਰਨ ਕੋ ਸੰਸੈ ਗਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਹਾਡੇ ਇਸ ਬਿਰਤਾਂਤ ਦੇ ਨਾਲ ਇਹ ਪੱਕਾ ਨਿਸ਼ਚਿਤ ਇਰਾਦਾ ਹੋ ਗਿਆ ਕਿ ਵਾਕਿਆ ਹੀ ਉਹੀ ਅੰਮ੍ਰਿਤਸਰ ਜਗ੍ਹਾ ਹੋਵੇਗੀ। ਜਗਤ ਨਰਨ ਕੋ ਸੰਸੈ ਗਇਓ, ਸਾਰੀ ਦੁਨੀਆ ਦੇ ਮਾਨੋ ਜਿਹੜੇ ਮਨੁੱਖ ਨੇ ਨਾ ਉਹਨਾਂ ਦਾ ਸੰਸਾ ਖਤਮ ਹੋ ਗਿਆ। ਸ੍ਰੀ ਮੁਖ ਵਾਕ ਮਹੱਲਾ ਚੌਥਾ। ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਊਆ ਹੰਸ ਹੋਏ। ਇਸ ਤਰੀਕੇ ਦੇ ਨਾਲ ਪਾਠ ਹੁੰਦਾ ਹੈ। ਅਬ ਤੁਮ ਨਿਸਾ ਗ੍ਰਾਮ ਮੈਂ ਚਲੋ, ਭੋਰ ਪਏ ਹਮ ਸੰਗ ਲੈ ਚਲੋ। ਉਸ ਵੇਲੇ ਉਹਨਾਂ ਦੋਵਾਂ ਜੀਆਂ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਹੁਣ ਤੁਸੀਂ ਪਿੰਡ ਦੇ ਵਿੱਚ ਸਾਡੇ ਨਾਲ ਜਾ ਕੇ ਰਾਤ ਨੂੰ ਬਤੀਤ ਕਰੋ, ਸਵੇਰ ਹੋਣ ਦੇ ਨਾਲ ਉਹ ਜਗ੍ਹਾ ਦਿਖਾਇਓ ਜਿੱਥੇ ਸਾਰਾ ਕੁਝ ਵਾਪਰਿਆ। ਕਿਉਂਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਅਰਜ ਕਰਨ ਦੇ ਵਾਸਤੇ ਆਏ ਨੇ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਤੋਖ ਸਰ ਦੇ ਕਿਨਾਰੇ ਤੇ ਬੈਠੇ ਸਨ। ਹੁਣ ਗੁਰੂ ਜੀ ਕਹਿੰਦੇ ਨੇ ਕਿ ਚਲੋ ਸਾਡੇ ਨਾਲ ਪਿੰਡ ਚੱਲੋ। ਪਾਵਨ ਥਾਨ ਜਨਾਵਣ ਕਰੀਐ, ਤਰਵਰ ਬਦਰੀ ਤਰਵਰ ਤਰੀਐ। ਕਹਿੰਦੇ ਨੇ ਕਿ ਸਵੇਰੇ ਸਾਨੂੰ ਉਹ ਜਗ੍ਹਾ ਜਾ ਕੇ ਦੱਸਿਓ ਕਿ ਜਿਹੜੀ ਬੇਰੀ ਦਾ ਦਰਖਤ ਹੈ ਔਰ ਜਿਸ ਬੇਰੀ ਦੇ ਥੱਲੇ ਤੁਸੀਂ ਦੱਸ ਦਿਓ ਕਿ ਥੋੜਾ ਜਿਹਾ ਨਿਵਾਣ ਦੇ ਵਿੱਚ ਪਾਣੀ ਖਲੋਤਾ ਹੈ, ਸਾਨੂੰ ਸਾਰੀ ਜਗ੍ਹਾ ਸਵੇਰੇ ਜਾ ਕੇ ਦਿਖਾਇਓ।
सिमरो वाहिगुरु लेव लाए, जन्म मरण दुख ते छुट जाए। इस तो बाद सतगुरु सच्चे पातशाह जी ने बचन किया, तुसी हुण लिव नूं जोड़ के, सुरती नूं जोड़ के वाहिगुरु दे नाम दा जाप करो, जेड़ा जाप जपण दे नाल जम्मण ते मरण दे दुख तो छुट जाईदा। मैं भी साध संगत दे चरणां दे विच अर्ज करदा हां कि सतगुरु सच्चे पातशाह जी दी किरपा दे नाल जेड़ा तुहानूं चवखरा नाम मिलिया होया, उस दा जाप करो रसना करके ते श्रवणा करके, कन्ना करके। जो सतगुरां दा इतिहास हो रहा है, इस नूं सुनो। लेकर गए जामनी बसे, जिन दर्शन ते बड़ अग नसे। ग्रंथाकार भाई संतोख सिंह जी लिखते हैं कि इस तरह के बचन कह के सतगुरु अर्जन देव सच्चे पातशाह जी उन्हां नूं नाल लैके गए ने। रात दे विखे सारियां ने विश्राम किया। सतगुरु अर्जन देव सच्चे पातशाह जी ऐसे ने जिन्हां दा दर्शन करन दे नाल वड्डे वड्डे जिहड़े पाप ने ना वो दौड़ जांदे। प्रात पाई उठ के गुरु, क्रिया सोच को कीन, पेख प्रकाश चितवत हृदय, सर सिर जन हित दीन। कवि जी लिखते ने सवेर वेरे सतगुरु सच्चे पातशाह जी उठे ने, इशनान पानी कीता है, बिरती नूं जोड़ के बैठे ने। फिर जदों दिन दा चढ़ा होया, प्रकाश होया, उस वेले सतगुरां ने अपने हृदय दे विच चितवना चितवी है। सर सरजन हित दीन कहण तो भाव यह है कि सर नूं सिरजन वास्ते गुरु जी ने आग्या मैनू दिती है। इस गल नूं याद कीता। सिख पठियो दंपत बुलवाए, तिन को अपने कर अगवाए। सतगुरां ने हुक्म दे के एक सिख नूं घल्लिया है ते उन्हां दोवां जियां नूं बुला लिया है। उन्हां दोवां नूं सतगुरु सच्चे पातशाह जी ने अगे ला लिया है और कहंदे ने कि तुसीं अगे अगे चलो, असीं तुहाडे पिछे पिछे आउंदे हां, दसो कि ओह किहड़ी जगह है। लेकर संग नरन की भीर, गमन कीन श्री अर्जन धीर। इस तरीके दे नाल कवि जी कहंदे ने कि बहुत सारियां सिखां दी भीड़ नूं नाल लैके सतगुरु अर्जन देव सच्चे पातशाह जी जिहड़े धीरे दे मालक ने वो चल पे। कहत परस पर नर समुदाय, पायद पुत दोनों दृष्टाए। हुण वो दोवें मियाँ बीबी अगे अगे जा रहे ने। सतगुरु अर्जन देव सच्चे पातशाह जी ते बहुत सारियां संगतां दी भीड़ पिछे जा रही है। कवि जी लिखते ने कि एक दूजे नूं लोक इस तरह कहंदे जांदे ने, भा आदि पुत दोनों दृष्टाए। कहंदे ने कि दोवें जिहड़े कौतक होए ने ना वो बड़े अद्भुत ने, अजीब किस्म दे ने। कहण तो भाव है एक जिहड़ी जोगी वाली गल होई है वो भी बड़ी हैरानी वाली है, ते दूसरी है जिहड़ी पिंगले वाली कुश्ती वाली गल है, ये भी बड़ी हैरानी वाली है। एक दूजे नूं कहंदे जांदे ने कि दोवें गल्लां बड़ियां अजीब वापरियां। लाखों बरखण को जो प्रवीण, उत्तम जोगी दर्शन कीन। एक दूजे नूं कहंदे ने कि लखां वरियां तो जिहड़ा प्रवीण जोगी बैठा होया सी उस उत्तम जोगी दे मानो के दर्शन होए ने। अवनी अंतर मठ में बैसा, अचल थिरियो होए काशट जैसा। कहंदे ने कि देखो धरती दे थल्ले मठ दे विच बंद पता नहीं किन्ने क वरियां तो वो बैठा सी। कहंदे ने अचल थिरियो होए काशट जैसे, इस तरह दी उसने ना डोलन वाली समाधि धारण कीती हुई सी जिवें मानो के एक सुक्की लकड़ होवे। लगी समाध चढ़ाए पान, समो न जान बरते कौन। कहंदे ने कि उस जोगी ने इस तरह दी समाधि लाई हुई सी कि मानो अपने श्वासां नूं 10वें द्वार दे विच टिका के चढ़ा के रखिया सी और समो ना जाना वरतै कौन। उस नूं ते भी नहीं सी पता कि दुनिया दे उत्ते किहड़ा समां बीत रहा है, किहड़ा युग चल रहा है।
ऐसे पुरख पिखे निष्पाप, ये सब श्री सतगुर परताप। एक दूजे ਨੂੰ ਕਹਿੰਦੇ ਨੇ ਕਿ ਐਸੇ ਪੁਰਖ ਦਾ ਜਿਹੜਾ ਕਿ ਪਾਪਾਂ ਤੋਂ ਰਹਿਤ ਹੈ, ਉਹਦਾ ਦਰਸ਼ਨ ਕੀਤਾ ਹੈ। ਇਹ ਸਾਰੇ ਦਾ ਸਾਰਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਹੈ, ਜਿਨ੍ਹਾਂ ਨੇ ਸਾਰਿਆਂ ਤੇ ਵੱਡੀ ਕਿਰਪਾ ਕੀਤੀ। अब दूसर अद्भुत को देखो, जिसके तन में कुष्ठ बछेखो। ਹੁਣ ਇੱਕ ਦੂਜੇ ਦੇ ਨਾਲ ਲੋਕ ਗੱਲਾਂ ਕਰਦੇ ਨੇ ਕਿ ਦੂਸਰੀ ਹੁਣ ਇਹ ਅਜੀਬ ਕਿਸਮ ਦੀ ਗੱਲ ਹੋਈ ਹੈ। ਜਿਸਕੇ ਤਨ ਮੈਂ ਕੁਸ਼ਟ ਬਛੇਛੋ, ਜਿਸ ਮਨੁੱਖ ਦੇ ਸਰੀਰ ਦੇ ਉੱਤੇ ਕਹਿੰਦੇ ਨੇ ਕਿ ਬਹੁਤ ਵੱਡਾ ਕੋੜ ਦਾ ਰੋਗ ਸੀ। कर शाखा जिसकी चर परी, जल स्नान ते तैसी करी। पर अजीब ही गल हुई है कि जिस कोड़ी दे हाथ पैर गल चुके सन, वो एक पानी दे विच नाता है, और जिस पानी दे विच इशनान करन दे नाल वो बिल्कुल ठीक हो गया। तिस थल को चल कै पिखले हो, जिह को महा महात्म एह। ਕਹਿੰਦੇ ਨੇ ਕਿ ਐਸੀ ਜਗ੍ਹਾ ਨੂੰ ਤੇ ਜ਼ਰੂਰ ਹੀ ਜਾ ਕੇ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਚਾਹੀਦਾ ਹੈ ਕਿ ਜਿਸ ਜਗ੍ਹਾ ਦੀ ਇੰਨੀ ਵੱਡੀ ਮਹੱਤਤਾ ਹੈ। ਇਮ ਕਹਿ ਚਿਤ ਮੈਂ ਚੌਪ ਤਰੰਤੇ, ਅਦਭੁਤ ਅਵਲੋਕਤ ਬਿਸਮੰਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਚਿਤਵਨਾ ਹੈ ਸਾਰਿਆਂ ਦੇ ਮਨ ਦੇ ਵਿੱਚ ਹੈ। ਬੜੀ ਚੌਂਪ ਨੂੰ, ਖੁਸ਼ੀ ਨੂੰ ਸਾਰਿਆਂ ਨੇ ਧਾਰਨ ਕੀਤਾ ਹੋਇਆ, ਔਰ ਸੋਚਦੇ ਨੇ ਕਿ ਐਸੀ ਅਦਭੁਤ ਅਜੀਬ ਕਿਸਮ ਦੀ ਜਗ੍ਹਾ ਨੂੰ ਅਸੀਂ ਹੁਣ ਜਾ ਕੇ ਦੇਖਾਂਗੇ। ਦੰਪਤ ਸਭ ਤੇ ਚਲਤ ਅਗਾਰੀ, ਸ੍ਰੀ ਅਰਜਨ ਗਮਨੇ ਉਪਕਾਰੀ। ਕਵੀ ਜੀ ਲਿਖਦੇ ਨੇ ਦੰਪਤੀ ਦੋਵੇਂ ਜੀ ਅੱਗੇ ਅੱਗੇ ਜਾ ਰਹੇ ਨੇ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਉਪਕਾਰੀ ਨੇ ਉਹ ਪਿੱਛੇ ਜਾ ਰਹੇ। ਸੰਗ ਭੀਰ ਨਰ ਕੀ ਸਭ ਆਵੈ, ਸਣੇ ਸਣੇ ਸਗਰੇ ਚੱਲ ਜਾਵੈ। ਬਹੁਤ ਸਾਰਿਆਂ ਮਨੁੱਖਾਂ ਦੀ ਭੀੜ ਨਾਲ ਨਾਲ ਜਾ ਰਹੀ ਹੈ, ਹੌਲੀ ਹੌਲੀ ਸਾਰੇ ਦੇ ਸਾਰੇ ਤੁਰੇ ਜਾਂਦੇ ਨੇ। ਆਦਿਤ ਆਨੰਦਤ ਉਤਪਤ ਲੋਚਨ, ਮਹਿਦ ਪ੍ਰਫੁੱਲਤ ਸੰਕਟ ਮੋਚਨ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਆਨੰਦਤ ਨੇ। ਮਹਿਦ ਪ੍ਰਫੁੱਲਤ ਸੰਕਟ ਮੋਚਨ, ਜਿਹੜੇ ਸਤਿਗੁਰੂ ਜੀ ਸੰਕਟਾਂ ਦਾ ਨਾਸ਼ ਕਰਨ ਵਾਲੇ ਨੇ, ਐਸੇ ਸਤਿਗੁਰਾਂ ਦੇ ਜਿਹੜੇ ਨੇਤਰ ਨੇ ਉਹ ਖੁਸ਼ੀ ਦੇ ਨਾਲ ਇਸ ਵੇਲੇ ਬੜੇ ਪ੍ਰਫੁੱਲਤ ਨੇ। ਨਰ ਨਾਰੀ ਪਰਖਿਓ ਤਵ ਥਾਨ, ਦੁਖ ਪੰਜਣ ਬਦਰੀ ਤਰ ਆਨ। ਇੰਨੇ ਚਿਰ ਨੂੰ ਚਲਦਿਆਂ ਚਲਦਿਆਂ ਕਵੀ ਜੀ ਕਹਿੰਦੇ ਨੇ ਕਿ ਉਸ ਜਗ੍ਹਾ ਤੇ ਪਹੁੰਚ ਗਏ ਨੇ। ਦੁੱਖ ਪੰਜਨ ਬਦਰੀ ਤਰ ਆਣ, ਕਿ ਜਿਹੜੀ ਉਹ ਦੁੱਖ ਪੰਜਨੀ ਬੇੜੀ ਹੈ ਉਸ ਨੂੰ ਦੇਖਿਆ ਹੈ। ਨਰ ਤੇ ਨਾਰੀ ਨੇ ਉਸ ਜਗ੍ਹਾ ਨੂੰ ਜਾ ਕੇ ਪਰਖਿਆ, ਦੇਖਿਆ। ਖਰੋ ਹੋਏ ਕਰ ਸੋ ਦਿਖਰਾਈ, ਸ੍ਰੀ ਗੁਰੂ ਜਲ ਜੁਤ ਇਹ ਸ਼ੁਭ ਥਾਈ। ਉਹ ਜਿਹੜਾ ਮਨੁੱਖ ਹੈ, ਉਹ ਜਿਹੜਾ ਬੀਬੀ ਦਾ ਪਤੀ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਖੜਾ ਹੋ ਕੇ ਉਸ ਜਗ੍ਹਾ ਦੇ ਉੱਤੇ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹੀ ਉਹ ਜਗ੍ਹਾ ਹੈ, ਔਰ ਆਹ ਜਿਹੜਾ ਪਾਣੀ ਤੁਸੀਂ ਦੇਖ ਰਹੇ ਹੋ ਇਹੀ ਉਹ ਪਾਣੀ ਹੈ ਸ਼ੁਭ। ਇਹਾਂ ਗਈ ਤਰ ਮੱਜੋ ਜਲ ਮੈਂ, ਫਲ ਵਿਸਾਲ ਪ੍ਰਾਪਤ ਇਸ ਥਲ ਮੈਂ। ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਇਹੀ ਉਹ ਬੇਰੀ ਹੈ ਕਿ ਜਿਸ ਬੇਰੀ ਦੇ ਥੱਲੇ ਮੇਰੀ ਪਤਨੀ ਮੈਨੂੰ ਰੱਖ ਕੇ ਗਈ ਸੀ, ਔਰ ਇਹੀ ਉਹ ਬੇਰੀ ਦੇ ਥੱਲੇ ਪਾਣੀ ਹੈ ਕਿ ਜਿਸ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮੈਨੂੰ ਵੱਡੇ ਫਲ ਦੀ ਪ੍ਰਾਪਤੀ ਹੋਈ। ਸੱਚੇ ਪਾਤਸ਼ਾਹ ਇਹ ਉਹੀ ਜਗ੍ਹਾ। ਸ੍ਰੀ ਗੁਰ ਭਾਨਿਓ ਇਹੀ ਦੁਖ ਭੰਜਨ, ਜਿਸ ਤੇ ਤੁਮ ਹੋਏ ਮਨ ਰੰਜਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਵਾਕਿਆ ਠੀਕ ਕਹਿ ਰਿਹਾ ਹੈ, ਇਹੀ ਦੁੱਖ ਭੰਜਨ, ਇਹੀ ਦੁੱਖਾਂ ਨੂੰ ਨਾਸ਼ ਕਰਨ ਵਾਲੀ ਬੇਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹੀ ਉਹ ਜਗ੍ਹਾ ਹੈ ਕਿ ਜਿਹੜੀ ਜਗ੍ਹਾ ਤੇ ਆਣ ਕੇ ਤੇਰਾ ਮਨ ਪ੍ਰਸੰਨ ਹੋਇਆ ਔਰ ਤੇਰਾ ਰੋਗ ਦੂਰ ਹੋਇਆ। ਇਸੇ ਅੰਮ੍ਰਿਤ ਮੈਂ ਮੱਜਣ ਕੀਨਾ,
ਜਿਸ ਤੇ ਭਾਈ ਦੇਹ ਰੁਝ ਹੀ ਨਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫੇਰ ਉਸ ਨੂੰ ਕਹਿੰਦੇ ਨੇ ਕਿ ਵਾਕਿਆ ਹੀ ਇਹੀ ਅੰਮ੍ਰਿਤ ਦਾ ਸਰੋਵਰ ਹੈ ਜਿਹਦੇ ਵਿੱਚ ਆਣ ਕੇ ਤੂੰ ਇਸ਼ਨਾਨ ਕੀਤਾ। ਕਿ ਇਹੀ ਉਹ ਜਗ੍ਹਾ ਹੈ ਜਿਹੜੀ ਜਗ੍ਹਾ ਤੇ ਇਸ਼ਨਾਨ ਕਰਨ ਦੇ ਨਾਲ ਤੇਰਾ ਸਾਰੇ ਦਾ ਸਾਰਾ ਦੁੱਖ ਦੂਰ ਹੋ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੱਸ ਇਹੀ ਜਗ੍ਹਾ ਠੀਕ ਹੈ। ਦੰਪਤ ਭਣਤ ਜੋਰ ਕਰ ਦੋ, ਸ੍ਰੀ ਸਤਿਗੁਰੂ ਜੀ ਹੈ ਇਹ ਸੋ। ਦੋਵਾਂ ਜੀਆਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਜ਼ ਕੀਤੀ, ਹਾਂ ਸੱਚੇ ਪਾਤਸ਼ਾਹ ਇਹੀ ਉਹ ਜਗ੍ਹਾ ਹੈ ਜਿਹੜੀ ਬਾਰੇ ਤੁਸੀਂ ਸਾਨੂੰ ਪੁੱਛਿਆ ਸੀ। ਤਿੰਨ ਤੇ ਸੁਣਤ ਸਥਾਨ ਪ੍ਰਤਾਪ, ਨਮੋ ਕੀਨ ਕਰ ਜੋਰੇ ਆਪ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਤੋਂ ਉਸ ਜਗ੍ਹਾ ਦੀ ਮਹਿਮਾ ਨੂੰ ਸੁਣਿਆ ਤੇ ਪ੍ਰਤਾਪ ਨੂੰ ਸੁਣਿਆ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਉਸ ਜਗ੍ਹਾ ਦੇ ਉੱਤੇ ਆਪ ਨਮਸਕਾਰ ਕੀਤੇ। ਏ ਮੰਨੇ ਸੱਚੇ ਕਰ ਤੀਰਥ ਨੀਕੇ, ਪੂਰਨ ਭਏ ਮਨੋਰਥ ਜੀ ਕੇ। ਕਵੀ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਉਹ ਜਿਹੜਾ ਪਾਵਨ ਤੀਰਥ ਸੀ ਉਹ ਪ੍ਰਗਟ ਹੋਇਆ ਔਰ ਸਾਰੇ ਦੇ ਸਾਰੇ ਜਿਹੜੇ ਜੀ ਦੇ ਮਨੋਰਥ ਸੀ ਨਾ ਉਹ ਪੂਰੇ ਹੋਏ। ਨਰ ਪ੍ਰਾਕ੍ਰਿਤ ਸਮ ਭਏ ਪ੍ਰਸੰਨ, ਸਦਾ ਸਰਬੱਗ ਗੁਰੂ ਧਨ ਧਨ। ਕਵੀ ਜੀ ਲਿਖਦੇ ਨੇ ਕਿ ਇਸ ਜਗ੍ਹਾ ਨੂੰ ਦੇਖ ਕੇ ਖੁਸ਼ੀ ਦੀ ਹਾਲਤ ਦੇ ਵਿੱਚ ਗੁਰੂ ਜੀ ਆਏ ਨੇ। ਕਹਿੰਦੇ ਨੇ ਕਿ ਇਸ ਤਰ੍ਹਾਂ ਖੁਸ਼ ਹੋਏ ਨੇ ਕਿ ਜਿਵੇਂ ਕੋਈ ਸਧਾਰਨ ਆਦਮੀ ਪ੍ਰਸੰਨ ਹੁੰਦਾ ਹੈ। ਸਦਾ ਸਰਬੱਗ ਗੁਰੂ ਧਨ ਧਨ। ਜਿਹੜੇ ਅੰਤਰਜਾਮੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿੰਨੇ ਸਮਿਆਂ ਦੇ ਗਿਆਤਾ ਨੇ, ਜਿਹੜੇ ਤਿੰਨਾਂ ਲੋਕਾਂ ਦੇ ਮਾਲਕ ਨੇ, ਖੰਡਾਂ ਬ੍ਰਹਮਾਂਡਾਂ ਦੇ ਸਵਾਮੀ ਨੇ। ਕਵੀ ਜੀ ਕਹਿੰਦੇ ਨੇ ਇਸ ਤਰ੍ਹਾਂ ਖੁਸ਼ ਹੋਏ ਨੇ ਇਸ ਗੱਲ ਨੂੰ ਦੇਖ ਕੇ ਜਿਵੇਂ ਕੋਈ ਸਧਾਰਨ ਆਦਮੀ ਬੜਾ ਪ੍ਰਸੰਨ ਹੁੰਦਾ ਹੈ। ਸਦਾ ਸਰਬੱਗ ਗੁਰੂ ਧਨ ਧਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਰੱਥ ਨੇ, ਉਹ ਸਰਬੱਗ ਨੇ। ਗੁਰੂ ਧਨ ਧਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਧਨ ਨੇ, ਉਹ ਧਨ ਨੇ। ਨਰ ਸਮਦਾਇਨ ਮੈਂ ਤਬ ਭਨਿਓ, ਤਾਰੇ ਚੌਂਪ ਚਿਤ ਮੈਂ ਸਭ ਸੁਣਿਓ। ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਬਚਨ ਕੀਤਾ, ਧਾਰੇ ਚੌਂਪ ਚਿਤ ਮੈਂ ਸਭ ਸੁਣਿਓ। ਕਵੀ ਜੀ ਲਿਖਦੇ ਨੇ ਕਿ ਚੌਂਪ ਨੂੰ, ਖੁਸ਼ੀ ਨੂੰ ਧਾਰਨ ਕਰਕੇ ਜਿਹੜਾ ਉਸ ਵੇਲੇ ਸਤਿਗੁਰਾਂ ਨੇ ਬਚਨ ਕੀਤਾ, ਉਸ ਬਚਨ ਨੂੰ ਸਾਰਿਆਂ ਨੇ ਸੁਣਿਆ। ਸਤਿਗੁਰੂ ਜੀ ਨੇ ਕੀ ਬਚਨ ਕੀਤਾ, ਕਵੀ ਜੀ ਅੱਗੇ ਲਿਖਦੇ ਨੇ। ਸਤਿਗੁਰ ਅਮਰਦਾਸ ਕੀ ਆਇਸ, ਲੈ ਪਿਤ ਹਮਰੇ ਇਹਠਾਂ ਆਇਸ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਆਖਿਆ ਹੈ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨ ਕੇ ਮੇਰੇ ਪਿਤਾ ਭਾਵ ਕੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪਹਿਲਾਂ ਕਦੇ ਇੱਥੇ ਆਏ ਸਨ। ਪਾਵਨ ਤੀਰਥ ਕੋ ਬਿਦ ਤਾਵਨ, ਲਾਇ ਬ੍ਰਿੰਦ ਨਰ ਕੀਨ ਖਨਾਵਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਪਾਵਨ ਤੀਰਥ ਨੂੰ ਪ੍ਰਗਟ ਕਰਨ ਦੇ ਵਾਸਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਮਨੁੱਖਾਂ ਨੂੰ ਲਾ ਕੇ ਇਸ ਜਗ੍ਹਾ ਨੂੰ ਖੋਦਿਆ ਸੀ, ਪੁੱਟਿਆ ਸੀ। ਨਹੀਂ ਸੰਪੂਰਨ ਕਾਰਜ ਹੋਵਾ, ਗੋਇੰਦਵਾਲ ਜਾਏ ਗੁਰ ਜੋਵਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਵੇਲੇ ਇਹ ਤੀਰਥ ਸੰਪੂਰਨ ਨਾ ਹੋ ਸਕਿਆ, ਪੂਰਾ ਕੰਮ ਨਾ ਹੋ ਸਕਿਆ। ਗੋਇੰਦਵਾਲ ਜਾ ਕੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ, ਸਰੋਵਰ ਨੂੰ ਵਿੱਚੇ ਹੀ ਛੱਡ ਕੇ। ਪੁਨ ਜਲ ਸੋ ਬਹਿ ਮ੍ਰਿਤ ਕਾ ਪਰੀ, ਖਾਨੀ ਥਾਏ ਸੋ ਪੂਰਨ ਕਰੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫੇਰ ਜਲ ਦੇ ਨਾਲ ਰੜ ਰੜ ਕੇ ਜਿਹੜੀ ਮਿੱਟੀ ਸੀ ਉਹ ਇਸ ਦੇ ਵਿੱਚ ਪੈ ਗਈ। ਖਨੀ ਥਾਏ ਸੋ ਪੂਰਨ ਕਰੀ, ਜਿਹੜੀ ਖੋਦੀ ਹੋਈ ਜਗ੍ਹਾ ਸੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਪੂਰੀ ਗਈ, ਉਹ ਜਗ੍ਹਾ ਪੂਰੀ ਗਈ। ਚਿੰਨ ਮਾਤਰ ਇਹ ਜਾਣਿਓ ਜਾਏ, ਰਹੇ ਚਾਹੇ ਥਲ ਨਹੀਂ ਪਾਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਵੇਲੇ ਮਾਨੋ ਕਿ ਚਿੰਨ ਮਾਤਰ ਹੀ
ਇਹ ਜਗ੍ਹਾ ਦਿਸਦੀ ਹੈ, ਰਹੇ ਚਾਹ ਇਹ ਥਲ ਨਹੀਂ ਪਾਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਵੀ ਇਸ ਜਗ੍ਹਾ ਨੂੰ ਲੱਭਣ ਦੀ ਚਾਹ ਕੀਤੀ, ਬੜਾ ਯਤਨ ਕੀਤਾ, ਪਰ ਮੈਨੂੰ ਵੀ ਇਹ ਜਿਹੜੀ ਜਗ੍ਹਾ ਹੈ ਨਾ ਉਹ ਪਹਿਲਾਂ ਲੱਭ ਨਹੀਂ ਸਕੀ। ਇਸ ਸਾਰੀ ਕਥਾ ਨੂੰ ਤੁਸੀਂ ਸੁਣ ਚੁੱਕੇ ਹੋ ਕਿ ਕਿਵੇਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਗ੍ਹਾ ਲੱਭਣੀ ਚਾਹੀ ਪਰ ਨਾ ਲੱਭੀ। ਕੀ ਕਾਰਨ ਸਨ ਉਹ ਮੈਂ ਪਹਿਲਾਂ ਬਿਆਨ ਕਰ ਰਿਹਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ। ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ, ਰਾਮਦਾਸ ਸਤਿਗੁਰਾਂ ਨੂੰ ਹੁਕਮ ਮਿਲਿਆ, ਉਹਨਾਂ ਉਦਮ ਤਾਲ ਕਰਾਇਆ ਸੀ। 7 ਕੱਤਕ 1630 ਨੂੰ ਤਾਲ ਖੋਦਨੇ ਨੂੰ ਟੱਪ ਲਾਇਆ ਸੀ। ਦੁੱਖ ਭੰਜਨੀ ਤਰਫ ਪਹਾੜ ਵੱਲੋਂ ਥਾਂ ਥੋੜਾ ਜਿਹਾ ਖੁਦਵਾਇਆ ਸੀ। ਫੇਰ ਚਲੇ ਗਏ ਗੋਇੰਦਵਾਲ ਗੁਰੂ, ਇਸੇ ਤਰ੍ਹਾਂ ਕਰਤਾਰ ਨੂੰ ਪਾਇਆ ਸੀ। ਉਹ ਦੋਹਾਂ ਪਿੱਛੋਂ ਮੀਂਹ ਦੇ ਪਾਣੀਆਂ ਨੇ ਦਿੱਤਾ ਭਰ ਨਿਸ਼ਾਨ ਮਿਟਾਇਆ ਸੀ। ਸਮਾਂ ਲੰਘਿਆ ਕੁਝ ਕਰਤਾਰ ਸਿੰਘਾ, ਘਰ ਦੇ ਝੇੜਿਆਂ ਵਕਤ ਗਵਾਇਆ ਸੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਹੁਕਮ ਮਿਲਿਆ ਸੀ ਤੇ ਉਹਨਾਂ ਨੇ ਇਸ ਤੀਰਥ ਨੂੰ ਖੋਦਿਆ ਸੀ, ਪਰ ਇਸ ਤੋਂ ਬਾਅਦ ਇਹ ਪੂਰਾ ਉਸ ਵੇਲੇ ਨਾ ਹੋ ਸਕਿਆ। ਇਸ ਤਰ੍ਹਾਂ ਸਤਿਗੁਰਾਂ ਨੇ ਬਿਆਨ ਕੀਤਾ। ਅਬ ਸਤਿਗੁਰ ਸਭ ਕਾਜ ਸਵਾਰੇ, ਉਦਮ ਕਰੋ ਸਿੱਖ ਅਨੁਸਾਰੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਸਤਿਗੁਰੂ ਨੇ ਸਾਰੇ ਕਾਰਜ ਨੂੰ ਸਵਾਰ ਦਿੱਤਾ ਹੈ। ਹੁਣ ਤੁਸੀਂ ਸਾਰੇ ਦੇ ਸਾਰੇ ਸਿੱਖ ਮੇਰੇ ਅਨੁਸਾਰੀ ਹੋ ਕੇ ਇਸ ਨੂੰ ਤੀਰਥ ਨੂੰ ਰਚਨ ਦਾ ਉਦਮ ਕਰੋ। ਧਨ ਤੇ ਮਨ ਤੇ ਬਚਤੇ, ਤੀਰਥ ਕਾਰ ਕਰੈ ਲਹਿ ਸਚ ਤੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਧਨ ਦੇ ਨਾਲ, ਤਨ ਦੇ ਨਾਲ, ਮਨ ਦੇ ਨਾਲ ਤੇ ਬਚਨਾਂ ਦੇ ਨਾਲ ਹੁਣ ਸਾਨੂੰ ਚਾਹੀਦਾ ਕਿ ਇਸ ਤੀਰਥ ਨੂੰ ਸੰਪੂਰਨ ਕਰ ਲਈਏ, ਬਣਾ ਲਈਏ। ਜਹ ਕਹਤੇ ਮਜੂਰ ਚਲ ਆਵੇਂ, ਕਰ ਕਾਰ ਮਿਹਨਤ ਨਿਤ ਪਾਵੇਂ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੋਂ ਕਿੱਥੋਂ ਬਹੁਤੇ ਸਾਰੇ ਮਜ਼ਦੂਰਾਂ ਨੂੰ ਬੁਲਾਇਆ ਜਾਵੇਗਾ, ਉਹ ਵੀ ਇਸ ਸਰੋਵਰ ਨੂੰ ਪੁੱਟਣ ਦੇ ਵਾਸਤੇ ਜੁਟਣਗੇ, ਮਿਹਨਤ ਕਰਨਗੇ ਤੇ ਫਿਰ ਆਪਣਾ ਮਿਹਨਤਾਨਾ ਪ੍ਰਾਪਤ ਕਰਨਗੇ। ਪੰਚਾਮ੍ਰਿਤ ਕਰਵਾਏ ਸੋ ਕਨੋ, ਕਰ ਅਰਦਾਸ ਨਾਮ ਗੁਰ ਭਨੋ। ਪੰਚਾਮ੍ਰਿਤ ਨੂੰ ਭਾਵ ਕੇ ਕੜਾਹ ਪ੍ਰਸ਼ਾਦ ਨੂੰ ਬਹੁਤਾ ਸਾਰਾ ਤਿਆਰ ਕੀਤਾ ਜਾਵੇ ਤੇ ਫਿਰ ਅਰਦਾਸਾ ਕਰਕੇ ਗੁਰੂ ਦਾ ਨਾਮ ਲੈ ਕੇ ਉਸ ਨੂੰ ਵਰਤਾਇਆ ਜਾਵੇ। ਨਰ ਸਮਦਾਇਨ ਮੈਂ ਵਰਤਾਇਓ, ਕਰਿਓ ਮਹੂਰਤ ਬਿਗਨ ਨਸਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕੜਾਹ ਪ੍ਰਸ਼ਾਦ ਨੂੰ ਤਿਆਰ ਕੀਤਾ ਗਿਆ, ਫਿਰ ਅਰਦਾਸਾ ਕੀਤਾ ਗਿਆ ਸਤਿਗੁਰਾਂ ਦਾ ਨਾਮ ਲੈ ਕੇ, ਫਿਰ ਉਸ ਪ੍ਰਸ਼ਾਦ ਨੂੰ ਸਾਰਿਆਂ ਦੇ ਵਿੱਚ ਵਰਤਾ ਦਿੱਤਾ ਗਿਆ। ਕਰਿਓ ਮਹੂਰਤ ਬਿਗਨ ਨਸਾਇਓ, ਕਹਿੰਦੇ ਨੇ ਮਾਨੋ ਕਿ ਸਾਰੇ ਬਿਗਨ ਨੂੰ ਔਕੜਾਵਾਂ ਨੂੰ ਕੱਟ ਕੇ ਸਤਿਗੁਰਾਂ ਨੇ ਮਹੂਰਤ ਕੀਤਾ ਹੈ ਉਸ ਸਰੋਵਰ ਨੂੰ ਬਣਾਉਣ ਦਾ। ਤੀਖਣ ਖਨਨੀ ਲੈ ਕਰ ਹਾਥ, ਮ੍ਰਿਤਕਾ ਖਣੀ ਪ੍ਰਥਮ ਗੁਰ ਨਾਥ। ਇੱਕ ਤਿੱਖੀ ਕਹੀ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਵਿੱਚ ਫੜਿਆ ਹੈ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਥੋਂ ਕਹੀ ਦੇ ਟੱਪ ਦੇ ਨਾਲ ਮਿੱਟੀ ਨੂੰ ਪੁੱਟਿਆ ਹੈ ਔਰ ਸਰੋਵਰ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ। ਸਾਗਰੇ ਸਿੱਖ ਆਗਿਆ ਕੋ ਪਾਏ, ਲਗੇ ਸੇਵਕੋ ਚੌਪਾਇਓ ਪਾਏ। ਕਵੀ ਜੀ ਲਿਖਦੇ ਨੇ ਕਿ ਜਦੋਂ ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਟੱਪ ਲਗਾ ਦਿੱਤਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਉਸ ਵੇਲੇ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਫਿਰ ਆਗਿਆ ਨੂੰ ਮੰਨ ਕੇ ਸਿੱਖ ਖੁਸ਼ੀ ਦੇ ਨਾਲ ਸੇਵਾ ਦੇ ਵਿੱਚ ਜੁਟ ਗਏ ਨੇ। ਕਿਨਹੂ ਗਹੀ ਖਨਣੀ ਕਰ ਮਾਹੀ, ਖਣਾ ਕਰੈ ਥਨ ਪ੍ਰੇਮ ਉਮਾਹੀ। ਕਈਆਂ ਸਿੱਖਾਂ ਨੇ ਉਸ ਵੇਲੇ ਕਈਆਂ ਨੂੰ ਹੱਥ ਦੇ ਵਿੱਚ ਫੜਿਆ ਹੈ ਤੇ ਧਰਤੀ ਨੂੰ ਉਸ ਜਗ੍ਹਾ ਦੇ ਉੱਤੋਂ ਖੋਦਿਆ ਹੈ ਪ੍ਰੇਮ ਨੂੰ ਧਾਰਨ ਕਰਕੇ।
किन्हु टोकरी सिर पर तरी, बहुत पार हाथन सो भरी। ते कईयां ने फिर टोकरियां नू संभालिया है, टोकरियां दे विच मिट्टी नू भर के अपने सिर दे उत्ते चुकिया है, बहुता सारा भर भर के। केतक लै कर वहर गिरावे, को कह कह उत्साह वधावे। कई उस मिट्टी नू बाहर लिया लिया के सुट रहे ने, कई कहंदे ने कि बहुती सारी हल्लाशेरी दे के उत्साह वधा रहे ने। भाव के कई मिट्टी नू पुट रहे ने, कई फिर हत्थां दे नाल टोकरियां नू भर रहे ने, ते कई टोकरियां नू चुक चुक के बाहर सुट रहे ने। इस तरीके दे नाल सेवा होनी शुरू हुई। अत आनंदता उर मैं होई, कार तलाव लगे सब कोई। इस तरीके दे नाल बड़ी आनंदता सारिਆਂ ਦੇ ਮਨ ਦੇ ਵਿੱਚ ਹੋਈ ਹੈ, ਤੇ ਉਸ ਤਲਾਬ ਦੀ, ਉਸ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਸਾਰੇ ਦੇ ਸਾਰੇ ਜੁਟ ਗਏ। 1644 ਸਾਲ ਚੜਦੇ ਉਸ ਟੋਏ ਦੀ ਕਾਰ ਪਛਾਣ ਪਾਈ। ਸਤਿਗੁਰਾਂ ਹੱਥੀਂ ਟੱਪ ਆਪ ਲਾਇਆ, ਖੁਸ਼ੀ ਹੋਏ ਕੀਤਾ ਪੁੰਨ ਦਾਨ ਪਾਈ। ਜਿਹੜੇ ਸਿੱਖ ਹਾਜ਼ਰ ਹੈਸਣ ਲੱਗ ਪਏ, ਕਈਆਂ ਫੜ ਕੇ ਮਿੱਟੀ ਪੁਟਾਣ ਪਾਈ। ਕਈ ਪੁੱਟਦੇ ਤੇ ਕਈ ਸਿਰਾਂ ਉੱਤੇ ਚੁੱਕ ਟੋਕਰੇ ਮਿੱਟੀ ਸੁਟਾਣ ਪਾਈ। ਕੰਮ ਸ਼ੁਰੂ ਕੀਤਾ ਓਟ ਰੱਖ ਪਾਰੀ, ਸਿੱਖ ਕਰਨ ਸੇਵਾ ਨਿਰਮਾਣ ਪਾਈ। ਹੌਲੀ ਹੌਲੀ ਇਹ ਖਬਰਾਂ ਦੂਰ ਨੇੜੇ, ਜਾਣ ਲੱਗ ਪਈਆਂ ਤਰੋ ਧਿਆਨ ਪਾਈ। ਸਿੱਖ ਆਉਣ ਲੱਗੇ ਸੇਵਾ ਕਰਨ ਖਾਤਰ, ਸਿੱਖ ਆਉਣ ਲੱਗੇ ਸੇਵਾ ਕਰਨ ਖਾਤਰ। ਕਹੀਆਂ ਟੋਕਰੀਆਂ ਸਣੇ ਸਮਾਨ ਪਾਈ। ਗੁਰੂ ਚੱਕ ਦੇ ਵਿੱਚ ਕਰਤਾਰ ਸਿੰਘਾ, ਲੱਗੀ ਰੌਣਕ ਵਦਨ ਪਛਾਣ ਪਾਈ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਰੋਵਰ ਦੀ ਤਿਆਰੀ ਹੋਣੀ ਸ਼ੁਰੂ ਹੋਈ। ਆਪ ਖਰੇ ਹੋਏ ਸਾਬਣ ਮਝਾਰੀ, ਕਾਰ ਕਰਾਵੇਂ ਗੁਰ ਉਪਕਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੱਡੇ ਉਪਕਾਰੀ ਨੇ, ਉਹ ਆਪ ਖੜੇ ਹੋ ਕੇ ਸਾਰਿਆਂ ਤੋਂ ਸੇਵਾ ਕਰਵਾਉਂਦੇ ਨੇ। ਦੇਖਤ ਕਾਰ ਚੌਗਨੀ ਹੋਏ, ਉਦਮ ਕਰੈ ਅਦਕ ਸਭ ਕੋਏ। ਕਵੀ ਜੀ ਲਿਖਦੇ ਨੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹਾਜ਼ਰ ਰਹਿੰਦੇ ਨੇ, ਇਸ ਕਰਕੇ ਕਹਿੰਦੇ ਨੇ ਕਿ ਕਾਰ ਸੇਵਾ ਦੁੱਗਣੀ ਤੋਂ ਚੌਗਣੀ ਹੁੰਦੀ ਹੈ, ਕਿਉਂਕਿ ਸਤਿਗੁਰੂ ਜੀ ਦੇ ਦੇਖਦਿਆਂ ਦੇਖਦਿਆਂ ਸਾਰੇ ਕਰਦੇ ਨੇ। ਉਦਮ ਕਰੈ ਅਦਕ ਸਭ ਕੋਏ, ਸਾਰੇ ਦੇ ਸਾਰੇ ਫਿਰ ਬਹੁਤ ਵੱਡਾ ਉਦਮ ਕਰਦੇ ਨੇ। ਸਾਗਰੇ ਦਿਨ ਮੈਂ ਕਾਰ ਕਰਾਵੇਂ, ਸੰਧਿਆ ਗ੍ਰਾਮ ਵਿਖੇ ਚੱਲ ਜਾਵੇਂ। ਇਸੇ ਤਰੀਕੇ ਦੇ ਨਾਲ ਸਾਰਾ ਦਿਨ ਸੇਵਾ ਹੁੰਦੀ ਹੈ। ਜਦੋਂ ਸ਼ਾਮਾਂ ਪੈਂਦੀਆਂ ਨੇ ਫਿਰ ਸਾਰੇ ਦੇ ਸਾਰੇ ਗ੍ਰਾਮ ਦੇ ਵਿੱਚ ਭਾਵ ਕੇ ਗੁਰੂ ਕੇ ਚੱਕ ਪਹੁੰਚ ਜਾਂਦੇ। ਦੇਗ ਹੋਏ ਗੁਰ ਕੇ ਦਰਬਾਰਾ, ਛੁਦਤ ਸਰਬ ਤਹ ਖਾਏ ਹਾਰਾ। ਫਿਰ ਗੁਰੂ ਕੇ ਲੰਗਰ ਦੇ ਵਿੱਚ ਦੇਗ ਤਿਆਰ ਹੁੰਦੀ ਹੈ, ਸਾਰੇ ਦੇ ਸਾਰੇ ਜਿਹੜੇ ਭੁੱਖੇ ਨੇ ਉਹ ਫਿਰ ਉੱਥੇ ਆਣ ਕੇ ਆਹਾਰ ਛਕਦੇ ਨੇ, ਪ੍ਰਸ਼ਾਦ ਪਾਣੀ ਛਕਦੇ ਨੇ। ਇੱਕ ਦਿਨ ਗੁਰ ਸੰਤੋਖ ਸਰ ਗਏ, ਸਿੱਖ ਗਣ ਸੰਗਤ ਪਿਖਤ ਬਿਗਸਏ। ਇਸੇ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਨੇ ਕਿ ਸੇਵਾ ਚੱਲਣੀ ਸ਼ੁਰੂ ਹੋਈ। ਇੱਕ ਦਿਨ ਸਬਬ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਤੋਖਸਰ ਸਰੋਵਰ ਦੇ ਲਾਗੇ ਗਏ ਨੇ। ਸਿੱਖਗਣ ਸੰਗ ਪਿਖਤ ਬਿਗਸਾਏ, ਬਹੁਤ ਸਾਰੇ ਸਿੱਖ ਸੇਵਕ ਸਤਿਗੁਰਾਂ ਦੇ ਨਾਲ ਸਨ, ਸਾਰੇ ਦੇਖ ਕੇ ਖੁਸ਼ ਹੋਏ। ਤਟ ਪਰ ਖਰੇ ਹੋਏ ਕਹੀ ਬਾਣੀ, ਇਸ ਕੀ ਮਹਿਮਾ ਹੋਏ ਮਹਾਨੀ। ਸੰਤੋਖਸਰ ਸਰੋਵਰ ਦੇ ਕਿਨਾਰੇ ਦੇ ਉੱਤੇ ਖੜੇ ਹੋ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇਸ ਕੀ ਮਹਿਮਾ ਹੋਏ ਮਹਾਨੀ, ਕਿ ਇਸ ਸਰੋਵਰ ਦੀ ਮਹਿਮਾ ਬਹੁਤ ਵੱਡੀ ਮਹਾਨ ਹੋਵੇ।
होए संतोख सार सारथ नामो, समा पाए बन है अभिरामो। सतगुरु अर्जन देव सच्चे पातशाह जी ने बचन किया कि इस सरोवर का नाम है संतोख सर। मानो कि अपने ਨਾਂ ਨੂੰ ਸਾਰਥ ਕਰੇਗਾ, ਇਹ ਸਫਲ ਕਰੇਗਾ, ਸਮਾਂ ਪਾ ਕੇ ਇਹ ਸਰੋਵਰ ਬਹੁਤ ਸੁੰਦਰ ਬਣ ਜਾਏਗਾ। ਹੋਏ ਚਾਹੋ ਦਿਸ਼ ਪਾਕੋ ਚਾਹੋ ਕੌਣ, इसमें मजेंगे नर जौन। सतगुਰਾਂ ने बचन किया कि 4 सफेरे पक्कियां पौड़ियां बन गईयां, इसमें मजेंगे नर जौन, जेड़े मनुख इस संतोख सर नां दे सरोवर दे विच इशनान करनगे। वाहिगुरु सिमरै गुरबाणी, केतक समो सेवै जे प्राणी। ਜਿਹੜੇ ਗੁਰੂ ਕੇ ਸਿੱਖ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਗੇ, ਗੁਰਬਾਣੀ ਨੂੰ ਪੜਨਗੇ, ਕਿਤਕ ਸਮੋ ਸੇਵੈ ਜੇ ਪ੍ਰਾਨੀ, ਕੁਝ ਕੁ ਸਮਾਂ ਜਿਹੜੇ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਸੇਵਣਗੇ। ਤਿੰਨ ਕੇ ਉਰ ਉਪਜੈ ਸੰਤੋਖ, ਸਗਰੇ ਤਰੈ ਕਲੇਸ਼ ਰੋ ਦੋਖ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਤੋਖ ਸਰ ਦੀ ਮਹਾਨਤਾ ਬਾਰੇ ਆਖਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨਗੇ, ਵਾਹਿਗੁਰੂ ਦੇ ਨਾਮ ਦਾ ਜਾਪ ਕਰਨਗੇ, ਗੁਰਬਾਣੀ ਪੜਨਗੇ, ਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਸੰਤੋਖ ਪੈਦਾ ਹੋਵੇਗਾ। ਸਗਰੇ ਤਜੈ ਕਲੇਸ਼ ਰੋ ਦੁਖ, ਉਹ ਮਨੁੱਖ ਸਾਰਿਆਂ ਕਲੇਸ਼ਾਂ ਤੇ ਦੁੱਖਾਂ ਤੋਂ ਦੂਰ ਹੋਣਗੇ। ਮਾਨੋ ਕਿ ਇਹ ਸੰਤੋਖ ਸਰ ਸਰੋਵਰ ਦਾ ਨਾਂ ਹੈ। ਜਿਹੜੇ ਇਹਦੇ ਵਿੱਚ ਇਸ਼ਨਾਨ ਕਰਨਗੇ ਉਹਨਾਂ ਦੇ ਮਨ ਦੇ ਵਿੱਚ ਸੰਤੋਖ ਪੈਦਾ ਹੋਏਗਾ। ਜਥਾ ਲਾਭ ਸੰਤੋਖ ਬਿਸਾਲਾ, ਇਹ ਮੁਖ ਜੇ ਸਦ ਗੁਣ ਜਾਲਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜੇ ਦੈਵੀ ਮੁਖ ਗੁਣ ਨੇ ਉਹ ਬਹੁਤ ਸਾਰੇ ਨੇ, ਪਰ ਜਿਸ ਤਰੀਕੇ ਦੇ ਨਾਲ ਸਾਰੇ ਦੈਵੀ ਗੁਣਾਂ ਦੇ ਵਿੱਚੋਂ ਜਿਹੜਾ ਸੰਤੋਖ ਹੈ ਨਾ ਉਹ ਵੱਡਾ ਹੈ, ਔਰ ਕਹਿੰਦੇ ਨੇ ਕਿ ਸੰਤੋਖ ਦਾ ਲਾਭ ਵੀ ਬਹੁਤ ਵੱਡਾ ਹੈ। ਪਾਏ ਸਿੱਖ ਸੁਖ ਲਹਿ ਸਦੀਵਾ, ਮਹਾ ਮਹਾਤਮ ਤੀਰਥ ਦੇਵਾ। ਇਸ ਤਰੀਕੇ ਦੇ ਨਾਲ ਮਾਨੋ ਕਿ ਸਾਰਿਆਂ ਤੋਂ ਮੁਖੀ ਜਿਹੜਾ ਸ਼ੁਭ ਗੁਣ ਸੰਤੋਖ ਹੈ ਉਹ ਇਸ ਸੰਤੋਖ ਸਰ ਦੇ ਵਿੱਚ ਨਹਾਉਣ ਦੇ ਨਾਲ ਪ੍ਰਾਪਤ ਹੋਵੇਗਾ, ਔਰ ਮਹਾ ਮਹਾਤਮ ਤੀਰਥ ਦੇਵਾ, ਵੱਡੇ ਮਹਾਤਮ ਵਾਲਾ ਇਹ ਤੀਰਥ ਪ੍ਰਗਟ ਹੋਏਗਾ। ਆਬ ਸ੍ਰੀ ਅਮਰਤ ਸਰ ਕੀ ਕਾਰ, ਗੁਰ ਆਗਿਆ ਕੋ ਸਿਰ ਪਰ ਧਾਰ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਹੁਣ ਇਸ ਵੇਲੇ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਕਾਰ ਸੇਵਾ ਹੈ ਉਸ ਨੂੰ ਕਰਨਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਆਪਣੇ ਸਿਰ ਦੇ ਉੱਤੇ ਧਾਰਨ ਕਰਕੇ। ਕਰਵਾਵੇਂ ਪੂਰਬ ਖੁਨਵਾਏ, ਪਾਕ ਈਟਕਾਂ ਸੋ ਚਿਨਵਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਸੇਵਾ ਹੈ ਉਹਨੂੰ ਪਹਿਲਾਂ ਮੁਕੰਮਲ ਕੀਤਾ ਜਾਵੇਗਾ, ਤੇ ਫਿਰ ਕਹਿੰਦੇ ਨੇ ਕਿ ਪੱਕੀਆਂ ਇੱਟਾਂ ਦੇ ਨਾਲ ਪੌੜੀਆਂ ਚਿਣੀਆਂ ਜਾਣਗੀਆਂ। ਹਰਿ ਮੰਦਰ ਸੁੰਦਰ ਸਿਰਜਹਿ, ਗੁਰ ਦਰਬਾਰ ਸਦਾ ਜਹ ਵਹਿ। ਇਸ ਤੋਂ ਬਾਅਦ ਇਸੇ ਹੀ ਸਰੋਵਰ ਦੇ ਵਿੱਚ ਇੱਕ ਹਰੀ ਮੰਦਰ ਸੁੰਦਰ ਸਿਰਜਿਆ ਜਾਵੇਗਾ, ਜਿਸ ਜਗ੍ਹਾ ਦੇ ਉੱਤੇ ਮਾਨੋ ਕਿ ਗੁਰਬਾਣੀ ਪੜੀ ਜਾਇਆ ਕਰੇ। ਇਮ ਕਹਿ ਸਿਰ ਗੁਰ ਕਿਰਪਾ ਨਿਧਾਨ, ਚਿਤ ਮੈਂ ਚਹਿ ਬਣੈ ਸੰਪਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਕਿਰਪਾ ਦੇ ਸਮੂਹ ਨੇ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਉਹ ਹੁਣ ਚਿੱਤ ਦੇ ਵਿੱਚ ਸੋਚਦੇ ਨੇ ਕਿ ਬਣੈ ਸੰਪਾਨ, ਕਿ ਸਰੋਵਰ ਦੀਆਂ ਪੌੜੀਆਂ ਬਣਾਈਆਂ ਜਾਣ। ਨਿਤ ਪ੍ਰਤੀ ਬੈਠੈ ਤਟ ਪਰ ਜਾਏ, ਸੰਗਤ ਸਗਰੀ ਸੇਵ ਕਮਾਏ। ਨਿਤਾ ਪ੍ਰਤੀ ਰੋਜ਼ ਹੀ ਸਰੋਵਰ ਦੇ ਕਿਨਾਰੇ ਤੇ ਜਾ ਕੇ ਸਤਿਗੁਰੂ ਜੀ ਬੈਠ ਜਾਂਦੇ ਨੇ, ਸਾਰੀ ਦੀ ਸਾਰੀ ਸੰਗਤ ਸੇਵਾ ਕਰਦੀ। ਖਣ ਖਣ ਮ੍ਰਿਤਕਾ ਵਹਿਰ ਨਿਕਾਰੈ, ਧਰੈ ਸ਼ਰਧਾ ਗੁਰ ਧਨ ਉਚਾਰੈ। ਪੁੱਟ ਪੁੱਟ ਕੇ ਖੋਦ ਖੋਦ ਕੇ ਮਿੱਟੀ ਨੂੰ ਬਾਹਰ ਲਿਆ ਕੇ ਸੁੱਟਦੇ ਨੇ, ਧਰ ਸ਼ਰਧਾ ਗੁਰ ਧਨ ਉਚਾਰੈ। ਕਹਿੰਦੇ ਨੇ ਕਿ ਸ਼ਰਧਾ ਨੂੰ ਧਾਰਨ ਕਰਕੇ ਗੁਰੂ ਜੀ ਨੂੰ ਧਨ ਉਚਾਰਦੇ ਨੇ। ਕੇਤਕ ਸਿੱਖ ਸਖੀ ਇਹ ਕਹੈ,
ਸ੍ਰੀ ਗੁਰ ਰਾਮਦਾਸ ਤੇ ਲਹੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਜਿਹੜੇ ਸਿੱਖ ਨੇ ਨਾ, ਉਹ ਇਸ ਤਰ੍ਹਾਂ ਕਹਿੰਦੇ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਇਹ ਦੋ ਵੱਡੀਆਂ ਘਟਨਾਵਾਂ ਵਾਪਰੀਆਂ, ਜੋਗੀ ਵਾਲੀ ਔਰ ਉਹ ਪਿੰਗਲੇ ਵਾਲੀ। ਕਹਿੰਦੇ ਨੇ ਨਿਕਸਿਓ ਜੋਗੀ ਤਿਨੋ ਹਦੂਰ, ਪਿੰਗਲ ਕੋ ਦੁੱਖ ਹੋਇਓ ਦੂਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਜਿਹੜੇ ਪੁਰਾਣੇ ਸਿੱਖ ਨੇ, ਇਹਨਾਂ ਦੋਵਾਂ ਘਟਨਾਵਾਂ ਨੂੰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਲ ਜੋੜਦੇ ਨੇ। ਉਹ ਕਹਿੰਦੇ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਉੱਤੇ ਜੋਗੀ ਨਿਕਲਿਆ ਸੀ, ਔਰ ਜਿਹੜਾ ਪਿੰਗਲੇ ਦਾ ਪ੍ਰਸੰਗ ਹੈ ਨਾ, ਇਹ ਵੀ ਕਹਿੰਦੇ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਹੀ ਵਾਪਰੇ। ਪ੍ਰਸ਼ਨੋਤਰ ਇਸ ਕੇ ਹਿਤ ਕਰਨੋ, ਸੋ ਮੈਂ ਨਹੀਂ ਗ੍ਰੰਥ ਮੈਂ ਬਰਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਸਾਰੇ ਪ੍ਰਸ਼ਨ ਉੱਠ ਕੇ ਖੜੇ ਹੋ ਸਕਦੇ ਨੇ, ਬਹੁਤ ਸਾਰੇ ਪ੍ਰਸ਼ਨਾਂ ਦਾ ਉੱਤਰ ਲਿਖਿਆ ਜਾ ਸਕਦਾ ਹੈ, ਪਰ ਕਵੀ ਜੀ ਕਹਿੰਦੇ ਨੇ ਕਿ ਮੈਂ ਨਾ ਪ੍ਰਸ਼ਨਾਂ ਨੂੰ ਲਿਖਿਆ ਤੇ ਨਾ ਹੀ ਉਹਨਾਂ ਦੇ ਉੱਤਰ ਬਿਆਨ ਕੀਤੇ ਨੇ। ਗ੍ਰੰਥ ਮੈਂ ਨਹੀਂ ਵਰਨੋ, ਮੈਂ ਸਾਰਾ ਕੁਝ ਗ੍ਰੰਥ ਦੇ ਵਿੱਚ ਵਰਣਨ ਨਹੀਂ ਕੀਤਾ। ਜੇ ਗੁਰ ਰਾਮਦਾਸ ਤੇ ਹੋਵਾ, ਤੋ ਪੀ ਇਸ਼ਟ ਪਾਤ ਹਮ ਜੋਵਾ। ਹੁਣ ਬੜੀ ਸੂਝਤਾ ਬਿਆਨ ਕਰ ਰਹੇ ਨੇ ਕਵੀ ਜੀ, ਜਿਹੜੇ ਕਿਸੇ ਬਖੇੜੇ ਦੇ ਵਿੱਚ ਪੈਣਾ ਨਹੀਂ ਚਾਹੁੰਦੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਹ ਤੇ ਲਿਖਦੇ ਨੇ ਕਿ ਕਈ ਸਿੱਖ ਇਹ ਕਹਿੰਦੇ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵੇਲੇ ਜੋਗੀ ਨਿਕਲਿਆ, ਤੇ ਜਿਹੜਾ ਉਸ ਪਿੰਗਲੇ ਦਾ ਪ੍ਰਸੰਗ ਹੈ ਉਹ ਵੀ ਉਹਨਾਂ ਦੇ ਵੇਲੇ ਹੋਇਆ। ਪਰ ਕਵੀ ਜੀ ਕਹਿੰਦੇ ਨੇ ਕਿ ਜੇ ਗੁਰ ਰਾਮਦਾਸ ਤੇ ਹੋਵਾ, ਤੋ ਪੀ ਇਸ਼ਟ ਹਮਾ ਕੋ ਜੋਵਾ। ਜੇ ਇਹ ਵੀ ਮੰਨ ਲਈਏ ਕਿ ਸਾਰਾ ਕੁਝ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਹੋਇਆ, ਤੇ ਕਹਿੰਦੇ ਨੇ ਤਾਂ ਵੀ ਕੋਈ ਘਾਟੇ ਵਾਲੀ ਗੱਲ ਨਹੀਂ ਹੈ। ਕਵੀ ਜੀ ਕਹਿੰਦੇ ਨੇ ਇਸ਼ਟ ਹਮ ਜੋਵਾ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੀ ਸਾਡੇ ਗੁਰੂ ਨੇ, ਉਹ ਵੀ ਸਾਡੇ ਇਸ਼ਟ ਦੇਵ ਨੇ। ਤੇ ਜੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮੰਨੀਏ ਤੇ ਉਹ ਵੀ ਸਾਡੇ ਗੁਰੂ ਨੇ, ਉਹ ਵੀ ਸਾਡੇ ਇਸ਼ਟ ਦੇਵ ਨੇ। ਮਹਿਮਾ ਸਤਿਗੁਰ ਕੀ ਇਸ ਭਾਂਤ, ਪਠਤ ਸੁਣਤ ਚਿਤ ਉਤਪਤ ਸ਼ਾਂਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮੇਰਾ ਮਕਸਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਪ੍ਰਗਟ ਕਰਨਾ, ਪੜ੍ਹਨਾ ਸੁਣਨਾ ਤੇ ਚਿੱਤ ਦੇ ਵਿੱਚ ਸ਼ਾਂਤੀ ਪੈਦਾ ਕਰਨੀ। ਇਹੀ ਮੇਰਾ ਗ੍ਰੰਥ ਲਿਖਣ ਦਾ ਮਕਸਦ ਹੈ। ਭਾਵੇਂ ਸਾਖੀ ਹੋਈ ਹੋਵੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ, ਤੇ ਭਾਵੇਂ ਸਾਖੀ ਹੋਈ ਹੋਵੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਹੈ, ਗੱਲ ਤੇ ਇਹ ਕਰਨੀ ਹੈ ਕਿ ਸਤਿਗੁਰੂ ਦੀ ਮਹਿਮਾ ਨੂੰ ਬਿਆਨ ਕਰਨਾ। ਗੁਰ ਜਸ ਕਰਨ ਹਮਾਰੋ ਆਸ਼ੈ, ਸੂਰਜ ਸਮ ਜਗ ਮਹਾ ਪ੍ਰਕਾਸ਼ੈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦਾ ਜਸ ਕਰਨਾ ਮੇਰਾ ਆਸ਼ਾ ਹੈ, ਮੇਰਾ ਇਰਾਦਾ ਹੈ। ਸੂਰਜ ਸਮ ਜਗ ਮਹਾ ਪ੍ਰਕਾਸ਼ੇ। ਕਵੀ ਜੀ ਲਿਖਦੇ ਨੇ ਮੈਂ ਚਾਹੁੰਦਾ ਹਾਂ ਕਿ ਸਤਿਗੁਰਾਂ ਦਾ ਜਿਹੜਾ ਜਸ ਹੈ ਨਾ, ਦੁਨੀਆ ਦੇ ਉੱਤੇ, ਜਗ ਦੇ ਉੱਤੇ ਇਸ ਤਰ੍ਹਾਂ ਪ੍ਰਕਾਸ਼ਮਾਨ ਹੋਵੇ ਜਿਸ ਤਰ੍ਹਾਂ ਸੂਰਜ ਪ੍ਰਕਾਸ਼ਮਾਨ ਹੈ। ਇਸੇ ਕਰਕੇ ਸਾਧ ਸੰਗਤ ਜੀ ਇਸ ਗ੍ਰੰਥ ਨੂੰ ਸੂਰਜ ਪ੍ਰਕਾਸ਼ ਆਖਿਆ ਜਾਂਦਾ ਹੈ। ਭਾਵੇਂ ਕਿ ਇਸ ਦਾ ਨਾਂ ਸ੍ਰੀ ਗੁਰ ਪ੍ਰਤਾਪ ਸੂਰਜ ਹੈ, ਪਰ ਆਮ ਕਰਕੇ ਇਹਦਾ ਬਹੁਤਾ ਜ਼ਿਆਦਾ ਪ੍ਰਚਲਿਤ ਨਾਮ ਹੈ ਸੂਰਜ ਪ੍ਰਕਾਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਹੁਤ ਹੀ ਸੁਚੇਤਤਾ ਦੇ ਨਾਲ ਇਹ ਗੱਲ ਕਰਦੇ ਨੇ ਕਿ ਮੇਰਾ ਇਰਾਦਾ ਹੈ ਗੁਰੂ ਦੇ ਜਸ ਨੂੰ ਪ੍ਰਗਟ ਕਰਨਾ, ਇਸ ਤਰ੍ਹਾਂ ਪ੍ਰਗਟ ਕਰਨਾ ਜਿਵੇਂ ਮਾਨੋ ਕਿ ਸੂਰਜ ਹਰ ਇੱਕ ਜਗ੍ਹਾ ਦੇ ਉੱਤੇ ਪ੍ਰਗਟ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮੈਂ ਇਸ ਝਮੇਲੇ ਦੇ ਵਿੱਚ ਨਹੀਂ ਪੈਂਦਾ ਕਿ ਪੱਕੇ ਰੂਪ ਦੇ ਨਾਲ ਇਹ ਦੋਵੇਂ ਸਾਖੀਆਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਵਾਪਰੀਆਂ ਨੇ ਜਾਂ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਵਾਪਰੀਆਂ ਨੇ। ਕਵੀ ਜੀ ਕਹਿੰਦੇ ਨੇ ਮੈਂ ਆਪਣੀ ਮੱਤ ਦੇ ਨਾਲ, ਮੈਂ ਆਪਣੀ ਖੋਜ ਦੇ ਨਾਲ ਜੋ ਪੜਚੋਲਿਆ ਹੈ, ਉਸ ਪੜਚੋਲ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਸਾਖੀਆਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਵਾਪਰੀਆਂ। ਪਰ ਕਵੀ ਜੀ ਲਿਖਦੇ ਨੇ ਕਿ ਮੈਂ ਦੂਸਰਿਆਂ ਦਾ ਵਿਰੋਧ ਵੀ ਨਹੀਂ ਕਰਦਾ। ਸੰਸੈ ਉਡਗਣ ਭ੍ਰਮ ਤਮ ਨਾਸੀ, ਬਿਗਸਾਵਤ ਸਿੱਖ ਪੰਕਜ ਰਾਸੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸੰਸੈ ਉਡਗਣ, ਕਿ ਜਿਹੜੇ ਉਡਗਣ ਨੇ, ਜਿਹੜੇ ਤਾਰੇ ਨੇ ਰਾਤ ਦੇ ਵਿੱਚ, ਕਹਿੰਦੇ ਨੇ ਕਿ ਉਹ ਸੰਸਿਆਂ ਦੇ ਨੇ। ਭ੍ਰਮ ਤਮ ਨਾਸੀ, ਤੇ ਜਿਹੜਾ ਹਨੇਰਾ ਹੈ ਰਾਤ ਦਾ ਉਹ ਭ੍ਰਮ ਦਾ ਹੈ।
ਮਾਨੋ ਕਿ ਭ੍ਰਮ ਰੂਪੀ ਹਨੇਰੀ ਰਾਤ ਦੇ ਵਿੱਚ ਸੰਸਿਆ ਰੂਪੀ ਜਿਹੜੇ ਤਾਰੇ ਨੇ ਨਾ ਉਹ ਚੜ੍ਹਦੇ ਨੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਨ ਨੂੰ ਸਮਾਪਤ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਨਵੇਂ ਅਧਿਆਇ ਦੇ ਨਾਲ ਜਿਸ ਤਰੀਕੇ ਦੇ ਨਾਲ ਕਵੀ ਜੀ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास, हे संगी हे निरंकार, हे निर्गुण सब टेक, हे गोविंद हे गुण निधान जाके सदा विवेक, हे अपरंपर हर हरे है पी होवनहार, हे संतः कै सदा संग ने धारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो हिय परोय, जाहि कुल ते प्रगट होय ताहि कुल को नाम, पुन द्वादश गुरिंद को मेरी है प्रणाम।